ਵੈਸੇ ਕੱਲ੍ਹ ਕਮੈਂਟ ਸੀ ਆਪਾਂ ਉਹ ਐਡ ਆਨ ਕਰਨਾ ਸੀ ਤਾਂ ਆਪਾਂ ਵੀ ਆਖਿਆ ਸੀ ਕਿ ਬਈ ਕੱਲ੍ਹ ਦੇ ਦਿਨ ਹੀ ਗੱਲ ਕਰਾਂਗੇ, ਤਾਂ ਮੈਂ ਚਾਹੁੰਦਾ ਸੀ ਕਿ ਵੀ ਅੱਜ ਦੇ ਇਤਿਹਾਸ 'ਤੇ ਥੋੜ੍ਹੀ ਗੱਲਬਾਤ ਕਰ ਲਈਏ। ਨਾਲ ਦੀ ਨਾਲ ਜੋ ਕੁਛ ਚੱਲ ਰਿਹਾ ਜੇ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਆਉਂਦੀਆਂ ਤਾਂ ਤੁਹਾਨੂੰ ਪਤਾ ਹੀ ਹੈ, ਅਤੇ ਉਹਦੇ ਉੱਤੇ ਵੀ ਥੋੜ੍ਹਾ ਲਾਜ਼ਮੀ ਹੈ। ਦੇਖੋ, ਇੱਕ ਤਾਂ ਇਹ ਹੈ ਕਿ ਜਦੋਂ ਇਹ ਦਿਨ ਆਉਂਦਾ ਹੈ ਨਾ, ਵੈਸੇ ਹੀ ਇੱਕ ਤਾਂ ਥੋੜ੍ਹਾ ਸੋਗਮਈ ਮਾਹੌਲ ਹੁੰਦਾ, ਇੱਕ ਦੂਸਰਾ ਇਹ ਹੈ ਕਿ ਕੋਈ ਐਸੀ ਵੈਸੀ ਘਟਨਾ ਨਾ ਵਾਪਰ ਜਾਵੇ ਜੀ, ਕੁਛ ਉਸ ਗੱਲ ਦਾ ਵੀ ਥੋੜ੍ਹਾ ਸੈਂਸਾ ਤੁੜਕੂ ਹੁੰਦਾ ਹੈ। ਪਰ ਬਾਵਜੂਦ ਇਸ 'ਤੇ ਸਾਰਾ ਕੁਛ ਜਿਹੜਾ ਉਹ ਠੀਕ ਹੈ, ਨੋਰਮਲ ਹੈ ਜੀ। ਤਾਂ ਜੋ ਜਥੇਦਾਰ ਸਾਹਿਬ ਦਾ ਸੰਦੇਸ਼ ਹੈ ਉਹ ਆ ਗਿਆ। ਉਹਨਾਂ ਨੇ ਕਿਹਾ ਕਿ ਬਈ ਸਾਡੀ ਯੂਨਿਟੀ ਬਹੁਤ ਜ਼ਰੂਰੀ ਹੈ। ਜੀ, ਉਹ ਤਾਂ ਹੈ ਹੀ ਹੈ ਜੀ। ਪਰ ਯੂਨਿਟੀ ਕਿੱਦਾਂ ਹੋਵੇ? ਉਹ ਕਹਿੰਦੇ ਕਿ ਪਿੰਡਾਂ 'ਚ ਕਾਫਲੇ ਖੜੋ, ਰੁੱਸਿਆਂ ਨੂੰ ਮਨਾਓ, ਅਤੇ ਜੇ ਅਸੀਂ ਇੱਕ ਹੋ ਗਏ ਸਾਨੂੰ ਨਿਆਂ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਣੀ, ਅਸੀਂ ਆਪ ਹੀ ਲੈ ਲਵਾਂਗੇ। ਜੀ, ਇਹ ਉਹਨਾਂ ਦਾ ਸੁਝਾਅ ਹੈ, ਉਹਨਾਂ ਦਾ ਸੰਦੇਸ਼। ਜੀ। ਫਿਰ ਉੱਧਰ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਜੀ ਮੰਡ, ਉਹ ਵੀ ਆਪਣਾ ਸੰਦੇਸ਼ ਪੜ੍ਹ ਗਏ। ਜੀ। ਅਤੇ ਉੱਧਰੋਂ ਅਕਾਲੀਆਂ ਨੇ ਇੱਕ ਪੱਤਰ ਲਿਖਿਆ ਹੈ, ਉਹ ਮੇਰੇ ਖਿਆਲ ਦੇ ਨਾਲ ਇੰਟਰਸਟਿੰਗ ਹੈ। ਜੀ। ਉਹਨਾਂ ਨੇ ਬ੍ਰਿਟੇਨ ਦੇ ਰੋਲ ਨੂੰ ਕਿਹਾ ਕਿ ਬਈ ਤੁਸੀਂ ਉਜਾਗਰ ਕਰੋ ਪੂਰੀ ਤਰ੍ਹਾਂ। ਜੀ। ਪੱਤਰ ਲਿਖਿਆ ਪ੍ਰਧਾਨ ਮੰਤਰੀ ਨੂੰ, ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ। ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਨਵੀਂ, ਦੇਖੀਏ ਤਾਂ ਇੱਕ ਬਾਰੀ ਖੁੱਲ੍ਹਦੀ ਹੈ ਜਿਹਦੇ ਵਿੱਚ ਜੇ ਝਾਕ ਕੇ ਵੇਖੋਗੇ ਤਾਂ ਬਹੁਤ ਕੁਝ ਤੁਹਾਨੂੰ ਨਜ਼ਰ ਆਏਗਾ। ਜੀ। ਕਿਉਂਕਿ ਅੱਗੇ ਵੀ ਰੌਲਾ ਪਿਆ। ਬੇਸਿਕਲੀ ਕੀ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਬਹੁਤ ਵੱਡੇ ਪੱਧਰ 'ਤੇ UK 'ਚ ਰੌਲਾ ਪੈ ਗਿਆ ਸੀਗਾ। ਜੀ। ਹੋਇਆ ਕੀ ਸੀਗਾ ਕਿ ਮਿਲਰ ਨਾਂ ਦਾ ਇੱਕ ਪੱਤਰਕਾਰ ਜਦੋਂ ਉਹਨਾਂ ਦੇ ਅਰਕਾਈਵ ਦੇ ਵਿੱਚ ਕਾਗਜ਼ ਫੋਲ ਰਿਹਾ ਸੀਗਾ ਸ੍ਰੀਲੰਕਾ 'ਚ, ਕਿ ਜੋ SAS ਹੈ, SAS ਉਹਨਾਂ ਦੀ ਹੈਗੀ ਆ ਜਿੱਦਾਂ ਕਹਿ ਲਓ ਕਿ ਸਪੈਸ਼ਲ ਏਅਰ ਸਰਵਿਸ, ਕਿ ਉਹਦੇ 'ਚ ਕੀ ਲਿੰਕ ਆ, ਤਾਂ ਉੱਧਰੋਂ ਭਾਰਤ ਦਾ ਕੋਈ ਲਿੰਕ ਨਿਕਲ ਆਇਆ। ਜੀ। ਫਿਰ ਬੜਾ ਰੌਲਾ ਪਿਆ ਸੀਗਾ। ਫਿਰ ਉਸ ਵੇਲੇ ਕੈਮਰੂਨ ਸਰਕਾਰ ਨੇ ਇੱਕ ਬਿਠਾਈ ਸੀਗੀ, ਮੈਨੂੰ ਲੱਗਦਾ ਰਿਵਿਊ ਕਮੇਟੀ, ਜੈਰਮੀ ਹਾਰਵਰਡ ਦੇ ਰਹਿਨੁਮਾਈ ਹੇਠ। ਜੀ। ਤਾਂ ਉਹਨਾਂ ਨੇ ਮਤਲਬ ਕਿ ਕਹਿ ਦਿੱਤਾ ਕਿ ਨਹੀਂ ਐਸਾ ਕੁਛ ਨਹੀਂ ਸੀਗਾ, ਉਹ ਤਾਂ ਥੋੜ੍ਹੀ ਐਡਵਾਈਸ ਵਗੈਰਾ ਸੀ, ਇੱਕ ਅੱਧੀ ਵਾਰੀ ਹੋਇਆ, ਸਾਰਾ ਕੁਛ ਇੱਦਾਂ ਨਹੀਂ ਹੋਇਆ। ਪਰ ਉੱਥੋਂ ਦੇ ਸਿੱਖ ਸੰਸਥਾਵਾਂ ਵਾਲੇ ਜਿਹੜੇ ਲੋਕ ਸਨ ਜਾਂ ਕੁਛ ਹੋਰ, ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਇਹ ਲਿਪਾਪੋਚੀ ਆ। ਜੀ। ਤਾਂ ਇਸ ਤਰ੍ਹਾਂ ਉਹ ਜਿਹੜੀ ਬਹਿਸ ਛਿੜਦੀ ਹੈ। ਤਾਂ ਜੇ ਤੁਸੀਂ ਦੇਖੋਗੇ ਹੋਰ ਵੀ ਇੱਕ ਹਵਾਲਾ ਆਪਾਂ ਨੂੰ ਮਿਲਦਾ ਹੈ, ਜੇ ਤੁਸੀਂ ਪੜ੍ਹੀ ਹੋਵੇ ਨਾ ਖਾਲਿਸਤਾਨ ਦੀ ਸਾਜ਼ਿਸ਼, ਬੜੀ ਘੈਂਟ ਕਿਤਾਬ ਆ। ਜੀ। ਜੇ ਕਿਸੇ ਨੇ ਵੀ ਸਾਰਾ ਮਤਲਬ ਕਿ 75 ਤੋਂ ਲੈ ਕੇ ਹੁਣ ਤੱਕ ਇਸ ਵਰਤਾਰੇ ਨੂੰ ਸਮਝਣਾ ਹੋਵੇ ਤਾਂ ਜਿਹੜੇ ਕੁਛ ਮਤਲਬ ਕਿ ਅਫਸਰ ਇੰਟੈਲੀਜੈਂਸੀ ਨਾਲ, ਰॉ ਨਾਲ ਜੁੜੇ, ਜਿਹੜੇ ਰਿਟਾਇਰ ਹੋਏ ਨੇ, ਤਾਂ ਉਹਨਾਂ ਦੀਆਂ ਪੁਸਤਕਾਂ 'ਚੋਂ ਖੁੱਲ੍ਹੇ ਭੇਤ ਅਤੇ ਕਿਹੇ, ਇਹ ਕਾਫੀ ਕੁਛ ਦੱਸਦੀ ਹੈ। ਜੀ। ਸਿੱਧੂ ਸਾਹਿਬ ਨੇ ਲਿਖੀ ਹੈ। ਤਾਂ ਕਿਉਂਕਿ ਇਹ ਕੈਨੇਡਾ 'ਚ ਵੀ ਰਹਿ ਕੇ ਆਏ ਨੇ ਖਾਸਾ ਟਾਈਮ, ਜੀ। US 'ਚ ਵੀ ਰਹਿ ਕੇ ਆਏ ਨੇ, ਤਾਂ ਇਹਨਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ। ਇਸ ਗੱਲ ਵੱਲ ਇਸ਼ਾਰਾ ਇਹਨਾਂ ਨੇ ਇਉਂ ਕੀਤਾ ਹੈ, ਇਹਨਾਂ ਨੇ ਆਖਿਆ ਕਿ ਜਦੋਂ ਮੈਂ US 'ਚੋਂ ਪਰਤਿਆ ਅਤੇ ਮੈਂ ਕਿਹਾ ਕਿ ਬਈ ਤੁਸੀਂ ਤਾਂ ਮੈਨੂੰ ਵਰਤ ਰਹੇ ਹੋ, ਕਿਉਂਕਿ ਮੈਂ ਐਕਚੁਅਲੀ ਕੁਛ ਚੀਜ਼ਾਂ ਦੇਖੀਆਂ ਕਿ ST ਜੀਆਂ ਜਾਪਦੀਆਂ ਨੇ। ਜੀ। ਇੱਥੋਂ ਤੱਕ ਕਿ ਇੰਦਰਾ ਗਾਂਧੀ ਸਰਕਾਰ ਨੂੰ ਵੀ ਉਹ ਘੇਰਦੇ ਨੇ ਕਿ ਮੈਨੂੰ ਯੂਜ਼ ਕਰ ਰਹੀ ਹੈ ਸਰਕਾਰ, ਬਾਈ ਮੈਂ ਕੱਲ੍ਹ ਨੂੰ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਦੇ ਵਿੱਚ ਕੀ ਮੂੰਹ ਦਿਖਾਊਂਗਾ? ਉਹ ਤਾਂ ਕਹਿਣਗੇ ਕਿ ਇੱਥੋਂ ਸੂਹ ਲੈ ਕੇ ਚਲੇ ਜਾਂਦਾ। ਕਹਿੰਦੇ ਕਿ ਜਦੋਂ ਮੈਂ ਇਹ ਗੱਲ ਕਹੀ, ਉਸ ਤੋਂ ਬਾਅਦ ਜਿਹੜੇ ਸਾਡੇ ਉੱਚ ਅਧਿਕਾਰੀ ਸੀਗੇ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਤੇਰੀ ਰਿਪਲੇਸਮੈਂਟ ਕਰ ਦਿਆਂਗੇ, ਪਰ ਇੱਕ ਵਾਰੀ ਇਹ ਹੈ ਕਿ MI6 ਦੇ ਬੰਦਿਆਂ ਨਾਲ ਜ਼ਰੂਰ ਇੱਕ ਵਾਰੀ ਕਾਓ ਸਾਹਿਬ ਨੂੰ ਮਿਲਾ। ਜੀ। ਕਾਓ ਬਹੁਤ ਤਗੜਾ, ਕਹਿ ਲਓ ਰਾਓ ਦਾ ਵੈਸੇ ਵੀ ਫਾਊਂਡਰ ਕਿਹਾ ਜਾਂਦਾ ਹੈ, RN ਕਾਓ। ਤਾਂ ਉਹ ਕਹਿੰਦੇ ਕਿ ਮੈਂ ਆਪਣੀ, ਕਿਉਂਕਿ ਮੇਰੀ ਉਹਨਾਂ ਦੇ ਨਾਲ ਹੈਗੀ ਸੀਗੀ ਗੱਲਬਾਤ, MI6 ਜਿਹੜੀ ਉਹ UK ਦੀ ਕਹਿ ਲਓ ਕਿ ਟੌਪ ਦੀ ਖੁਫੀਆ ਏਜੰਸੀ ਹੈ। ਜੀ। ਉਹ ਕਹਿੰਦਾ ਕਿ ਸਾਡਾ ਕੰਮ ਸਾਂਝਾ ਹੀ ਸੀਗਾ, ਅਤੇ ਮੈਂ ਉਹ 2 ਬੰਦੇ ਲੈ ਆਇਆ। ਜੀ। ਮੁਲਾਕਾਤ ਹੋਈ, ਅਤੇ ਉਸ ਤੋਂ ਬਾਅਦ ਕਹਿੰਦੇ ਕਿ ਬਈ ਚਲੋ ਭੁੱਲ ਭੁਲਾ ਗਿਆ ਮੈਂ ਤਾਂ। ਪਰ ਫਿਰ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਮੇਰੇ ਇੱਕ ਸੀਨੀਅਰ ਨੇ ਕਿਤਾਬ ਲਿਖੀ ਸੀਗੀ 90 ਦੇ ਦਹਾਕੇ ਦੇ ਵਿੱਚ, ਉਹਨਾਂ ਦਾ ਨਾਂ ਸੀ BN ਰਾਮਨ। ਜੀ। ਉਹਨਾਂ ਦੀ ਕਿਤਾਬ ਦਾ ਨਾਮ ਵੀ ਹੈ, ਜੇ ਕਿਸੇ ਨੇ ਪੜ੍ਹਨੀ ਹੋਵੇ ਮੈਂ ਦੱਸ ਦਿੰਦਾ ਕਿ ਕਾਊਬॉय ਆਫ RNAW, ਜੀ। ਰਾਹ ਦਾ ਕਹਿ ਲਓ।
ਉਹ ਵੀ ਬਹੁਤ ਵਧੀਆ ਕਿਤਾਬ ਹੈ। ਤਾਂ ਉਹਦੇ 'ਚ ਉਹ ਕਹਿੰਦੇ ਕਿ ਮੈਂ ਜਦੋਂ ਦੇਖਿਆ ਤਾਂ ਹੈਰਾਨਗੀ ਹੋਈ, ਕਿਉਂਕਿ ਉਹਨਾਂ ਨੇ ਦੱਸਿਆ ਸੀਗਾ ਕਿ ਦਸੰਬਰ 83 ਦੇ ਵਿੱਚ MI6 ਦੇ ਜਿਹੜੇ 2 ਬੰਦੇ ਸੀ ਉਹ ਗੋਲਡਨ ਟੈਂਪਲ 'ਚ ਜਾ ਕੇ ਆਏ। ਫਿਰ ਉਹਨਾਂ ਨੇ ਕੁਛ ਹਵਾਲਾ ਦਿੱਤਾ ਹੈ ਕਿ SAS ਅਤੇ ਜਿਹੜੀ SFF ਸੀ, ਜਿਹੜੀ ਇੱਥੇ ਆਪਣੇ ਸਪੈਸ਼ਲ ਫਰੰਟੀਅਰ ਫੋਰਸ ਕਹਿੰਦੇ ਨੇ ਉਹਨੂੰ, ਕਿ ਇਹਨਾਂ ਨੇ ਇੱਕ ਹੋਰ ਵੀ ਕੰਮ ਕੀਤਾ ਸੀ ਜਿਹੜਾ ਦਰਬਾਰ ਸਾਹਿਬ ਦੇ ਮਾਡਲ ਦਾ ਜ਼ਿਕਰ ਆਉਂਦਾ ਹੈ ਕਿ ਬਈ UP ਦੇ ਲਾਗੇ ਜਿਹੜਾ ਸਹਾਰਨਪੁਰ ਹੈ ਉਹਦੇ ਲਾਗੇ ਇੱਕ ਜਗ੍ਹਾ ਦਾ ਜ਼ਿਕਰ ਕੀਤਾ ਉਹਨਾਂ ਨੇ ਕਿ ਉੱਥੇ ਇਹ ਮਾਡਲ ਰੱਖਿਆ ਗਿਆ ਸੀ। ਫਿਰ ਬਾਅਦ 'ਚ ਦਿੱਲੀ ਸ਼ਿਫਟ ਕੀਤਾ ਗਿਆ। ਤਾਂ ਉਹ ਖੁਲਾਸੇ ਖਾਸੇ ਕਰਦੇ ਆ, ਮਤਲਬ ਕਿ 2 ਚੀਜ਼ਾਂ ਇਸ ਮੁਤਲਕ ਇਹ ਕਰਦੇ ਆ ਕਿ ਉਸ ਟਾਈਮ ਇੱਕ ਆਪਰੇਸ਼ਨ ਇਹ ਸੋਚਿਆ ਗਿਆ ਸੀਗਾ ਜੀ ਕਿ ਜਿੱਦਾਂ ਆਪਾਂ ਲਦੇਨ ਵਾਲਾ ਦੇਖਿਆ ਮਸਲਾ, ਕਿ SAS ਨੂੰ ਲੈ ਕੇ ਨਾਲ SFF, ਕਿਉਂਕਿ ਇਹਨਾਂ ਦੀ ਵੀ ਬੜੀ ਐਲੀਟ ਕਮਾਂਡੋ ਫੋਰਸ ਹੈ ਉਹ, ਜੀ ਜਿਵੇਂ ਹਾਈਜੈਕਿੰਗ ਵਗੈਰਾ ਹੁੰਦੀ ਹੈ ਨਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਉਹ ਕੰਮ ਕਰਦੀ ਹੈ। ਤਾਂ ਕਹਿੰਦੇ ਵੀ ਇਹਨਾਂ ਦਾ ਇਹ ਸੀਗਾ ਪਲਾਨ ਕਿ ਬਈ ਕਿਸੇ ਤਰੀਕੇ ਨਾਲ ਭਿੰਡਰਾਂ ਵਾਲੇ ਨੂੰ ਚੱਕ ਲਈਏ ਅਸੀਂ ਜੀ, ਮਤਲਬ ਮਹਿਤੇ ਤੋਂ ਜਾਂ ਜਦੋਂ ਇੱਥੇ ਕਿਤੇ ਸਪੀਚ ਦੇ ਕੇ ਨਿਕਲਦੇ ਹੋਣਗੇ ਤਾਂ ਉਸ ਵੇਲੇ ਚੱਕ ਲਿਆ ਜਾਵੇ। ਇਹ ਸਿੱਧੂ ਨੇ ਕਿਹਾ। ਤੇ ਨਾਲ ਇਹ ਗੱਲ ਕਹੀ ਕਿ ਜਦੋਂ ਇਹ ਸਾਰਾ ਪ੍ਰਪੋਜ਼ਲ ਬਣ ਗਿਆ, ਸਭ ਕੁਝ ਹੋ ਗਿਆ, ਇੰਦਰਾ ਗਾਂਧੀ ਦੇ ਸਾਹਮਣੇ ਰੱਖਿਆ ਗਿਆ, ਤਾਂ ਇੰਦਰਾ ਗਾਂਧੀ ਨੇ ਕਿਹਾ ਕਿ ਕੈਜੂਅਲਟੀ ਕੀ ਹੋਏਗੀ, ਕੈਜੂਅਲਟੀ ਦੱਸੋ ਮੈਨੂੰ, ਨੁਕਸਾਨ ਕੀ ਹੋਏਗਾ। ਤਾਂ ਉਹਨਾਂ ਨੇ ਕਿਹਾ 2 ਹੈਲੀਕਾਪਟਰਾਂ 'ਤੇ ਅਸੀਂ ਜਾਣਾ ਹੈ, ਅਸੀਂ ਬਈ ਲਿਆਵਾਂਗੇ ਫੜ ਕੇ ਭਿੰਡਰਾਂ ਵਾਲਾ। ਤੇ ਇਹ ਕਹਿੰਦੇ ਜੀ ਅੱਛਾ ਜੀ ਨੁਕਸਾਨ ਦੱਸੋ। ਉਹ ਕਹਿੰਦੇ ਜੀ ਨੁਕਸਾਨ ਕੀ ਹੈ, ਨੁਕਸਾਨ ਤਾਂ ਹੈਗਾ ਜੀ ਮਤਲਬ ਕਿ ਲਾ ਲਓ ਕਿ 8 ਬੰਦੇ ਜਾਣਗੇ, 20% ਨੁਕਸਾਨ। ਉਹਨੇ ਕਿਹਾ ਕਿ ਨਹੀਂ ਸਿਵਿਲੀਅਨ ਦਾ ਨੁਕਸਾਨ ਦੱਸੋ। ਤੇ ਕਹਿੰਦੇ ਜੀ ਕਿ ਬਈ 20%, ਤਾਂ ਉਹਦਾ ਮਤਲਬ ਇਹ ਹੈ ਕਿ ਬਈ ਉੱਥੇ ਤਾਂ ਨੁਕਸਾਨ ਹੋ ਸਕਦਾ, ਜਾਨੀ ਨੁਕਸਾਨ ਹੋ ਸਕਦਾ, ਮੈਂ ਅਜਿਹਾ ਨਹੀਂ ਚਾਹੂੰ। ਮਤਲਬ ਕਿ ਇਸ ਸਾਰੀ ਗੱਲਬਾਤ 'ਚੋਂ ਜਿਹੜੀ ਮੈਂ ਤੁਹਾਨੂੰ ਹੂਬਹੂ ਦੱਸੀ ਆ ਕਿ ਇਹਦੇ 'ਚੋਂ ਜੇ ਤੁਸੀਂ ਦੇਖੋਗੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਫੜਨ ਵਾਸਤੇ ਇਹਨਾਂ ਨੇ ਪ੍ਰੋਗਰਾਮ ਉਲੀਕੇ ਜੀ, ਦਰਬਾਰ ਸਾਹਿਬ ਦਾ ਮਾਡਲ ਬਣਾਇਆ। ਯਾਨੀ UK ਦਾ ਕਿਤੇ ਨਾ ਕਿਤੇ ਇਹਦੇ 'ਚ ਸਮਝਿਆ ਜਾਂਦਾ ਕਿ ਉਸ ਸਮੇਂ ਮਾਰਗਰੇਟ ਥੈਚਰ ਜਿਹੜੀ ਸੀਗੀ ਪ੍ਰਧਾਨ ਮੰਤਰੀ, ਕਿ ਉਹ ਇਸ ਆਪਰੇਸ਼ਨ ਦੇ ਵਿੱਚ ਸਹਿਯੋਗ ਕਰ ਰਹੀ ਸੀ। ਅਕਾਲੀ ਦਲ ਉਸ ਸੰਦਰਭ ਵਿੱਚ ਕਹਿ ਰਿਹਾ ਹੈ। ਇਹ ਮੈਂ ਤੁਹਾਨੂੰ ਕੁਛ ਮਤਲਬ ਕਿ ਹਵਾਲਾ ਦਿੱਤਾ ਕਿ ਆਹ ਰੌਲਾ ਹੈ ਜੀ, ਕਿ ਗੱਲਾਂ ਜਿਹੜੀਆਂ ਨੇ ਉਹ ਨਿਕਲਦੀਆਂ ਨੇ। ਹੁਣ ਪੂਰੇ ਕਾਗਜ਼ਾਤ 'ਤੇ ਨਹੀਂ, ਪਰ ਇੱਕ ਲੈਟਰ ਜਿਹੜਾ ਮੈਂ ਵੀ ਵੇਖਿਆ ਸੀਗਾ ਉਸ ਟਾਈਮ, ਸ਼ਾਇਦ ਮੇਰੇ ਕੰਪਿਊਟਰ 'ਚ ਵੀ ਹੋਏਗਾ, ਉਸ ਟਾਈਮ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਕਾਗਜ਼ ਕਾਫੀ ਨਿਕਲੇ ਸੀ ਅਤੇ ਰੌਲਾ ਪਿਆ ਸੀਗਾ UK ਦੇ ਵਿੱਚ ਜੀ। ਤਾਂ ਇਹ ਹੁਣ ਅੱਜ ਦੇ ਦੌਰ ਦੀ ਕਹੀਏ ਕਿ ਗੱਲ ਆ ਜੀ ਕਿ ਬਈ ਕੀ ਉਸ ਵੇਲੇ ਨੂੰ ਰੋਕਿਆ ਜਾ ਸਕਦਾ ਸੀ, ਉਸ ਵੇਲੇ ਨੂੰ ਟਾਲਿਆ ਜਾ ਸਕਦਾ ਸੀਗਾ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜੇ ਇਤਿਹਾਸ 'ਚ ਝਾਕੋਗੇ ਤਾਂ ਬਥੇਰਾ ਕੁਛ ਸਿਖਾਉਂਦੀਆਂ ਵੀ ਨੇ, ਸਮਝਾਉਂਦੀਆਂ ਵੀ ਨੇ। 2 ਚੀਜ਼ਾਂ ਨੇ ਕਿ ਦੇਖੋ ਕਈ ਕਿਤਾਬਾਂ ਪੜ੍ਹਨ ਉਪਰੰਤ ਫਿਰ ਤੁਹਾਨੂੰ ਪਤਾ ਲੱਗਦਾ ਕਿ ਹਾਂ ਬਈ ਕੀ ਸਥਿਤੀ ਸੀ, ਕੀ ਸੂਰਤ ਹਾਲ ਸੀ ਉਸ ਵੇਲੇ ਦੀ। ਫਿਰ ਇਹ ਚੀਜ਼ਾਂ ਬਈ ਕਿਵੇਂ ਗਲਤ ਦਿਸ਼ਾ ਵੱਲ ਗਈਆਂ। ਮੈਂ ਤਾਂ ਉਹਦੇ 'ਚ ਇਹ ਵੀ ਪੜ੍ਹ ਕੇ ਹੈਰਾਨ ਰਿਹਾ ਮਾਨ ਸਾਹਿਬ ਕਿ ਉਸ ਵੇਲੇ ਆਪਰੇਸ਼ਨ 1 ਨਹੀਂ 2 ਚੱਲ ਰਹੇ ਸਨ ਬੇਸਿਕਲੀ। ਵੈਸੇ ਤਾਂ ਬੜਾ ਲੰਬਾ ਚੌੜਾ ਵਿਸ਼ਾ ਹੈ ਕਿ ਇਹੀ ਜਿਹੜਾ ਅਧਿਕਾਰੀ ਹੈ, ਰੌ ਦਾ ਪੁਰਾਣਾ ਅਧਿਕਾਰੀ, ਕਹਿ ਰਿਹਾ ਕਿ ਉਸ ਵੇਲੇ ਮੁਰਾਰਜੀ ਦੇਸਾਈ ਸਰਕਾਰ, ਕਿਉਂਕਿ 77 'ਚ ਇੱਥੇ ਅਕਾਲੀ ਜਿੱਤ ਗਏ ਜੀ, ਤੇ ਮੁਰਾਰਜੀ ਦੇਸਾਈ ਸਰਕਾਰ ਆ ਗਈ। ਐਮਰਜੈਂਸੀ ਤੋਂ ਬਾਅਦ ਇਹਨਾਂ ਦੀ ਤਾਂ ਫੱਟੀ ਪੋਚੀ ਗਈ। ਤਾਂ ਇਹਨਾਂ ਨੇ ਵਿਉਂਤ ਬਣਾਈ ਕਿ ਬਈ ਅਸੀਂ ਇੱਥੇ ਪੰਜਾਬ ਦੇ ਵਿੱਚ ਕੋਈ ਤਾਕੜ ਬੰਦਾ ਖੜਾ ਕਰੀਏ ਅਕਾਲੀਆਂ ਦੇ ਖਿਲਾਫ, ਜੋ ਮੋਡਰੇਟ ਅਕਾਲੀਆਂ ਨੂੰ ਟਾਰਗੇਟ ਕਰੇ ਜੀ। ਤਾਂ ਕਹਿੰਦੇ ਜੀ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਹਮਾਇਤ ਦਿੱਤੀ ਗਈ ਜੀ। ਉਸ ਤੋਂ ਬਾਅਦ ਫਿਰ ਸਥਿਤੀ ਜਿਹੜੀ ਹੈ ਉਹ ਕੁਛ ਬਦਲੀ। ਇਹਨਾਂ ਨੇ ਨਾਲ ਹੀ ਕਹਿੰਦੇ ਕਿ ਇੱਕ ਜਿਹੜਾ ਕਮਲਨਾਥ ਸੀਗਾ, ਆਹ ਕਮਲਨਾਥ ਜਿਹੜਾ ਹੁਣ ਵੀ ਆਪਾਂ ਦੇਖਦੇ ਹਾਂ ਕਿ ਇਹ ਬੰਦਾ ਬਹੁਤ ਚਲਾਕ ਸੀਗਾ ਸ਼ੁਰੂ ਤੋਂ ਹੀ। ਇਹ ਵੈਸੇ ਬੇਸਿਕਲੀ ਲਖਨਊ ਦਾ, ਅਤੇ ਕਹਿੰਦੇ ਛਿੰਦਵਾੜਾ ਵਾਲੀ ਜਿਹੜੀ ਸੀਟ ਮਿਲੀ ਸੀ ਇਸੇ ਕਰਕੇ ਮਿਲੀ ਸੀ ਕਿਉਂਕਿ ਇੱਕ ਗੇਮ ਇਹਨਾਂ ਨੇ ਹੋਰ ਲਾਈ। ਜਨਤਾ ਪਾਰਟੀ ਦੀ ਸਰਕਾਰ ਦਾ ਇੱਕ ਕਹਿ ਲਓ ਕਿ ਬੰਦਾ, ਅਹਿਮ ਬੰਦਾ ਸੀਗਾ ਉਹਨਾਂ ਦਾ, ਜਨਤਾ ਪਾਰਟੀ ਵਾਲਿਆਂ ਦਾ ਹੀ, ਰਾਜ ਨਰੈਣ, ਉਹਨੂੰ ਪੱਟਿਆ।
ਉਹਦੇ ਜ਼ਰੀਏ ਉਸ ਸਰਕਾਰ ਨੂੰ ਵੀ ਅਸਥਿਰ ਕਰਨ ਦੀ ਨਾਲ ਹੀ ਸਾਜ਼ਿਸ਼ ਚੱਲ ਰਹੀ ਸੀਗੀ ਜੀ। ਸੰਜੇ ਗਾਂਧੀ, ਕਮਲਨਾਥ, ਇੰਦਰਾ ਗਾਂਧੀ, ਤਾਂ ਉਧਰੋਂ ਦੂਸਰੇ ਪਾਸੇ ਇੱਧਰ ਯਾਨੀ ਅਕਾਲੀਆਂ ਨੂੰ ਠਿੱਬੀ ਲਾਉਣ ਲਈ। ਫਿਰ ਚੀਜ਼ਾਂ ਤੁਹਾਨੂੰ ਪਤਾ ਹੀ ਆ, ਤਾਂ ਹੌਲੀ ਹੌਲੀ ਫਿਰ ਇਸ ਦਿਸ਼ਾ ਵੱਲ ਵਧੀਆਂ ਨੇ। ਬੜਾ ਲੰਮਾ ਚੌੜਾ ਵਿਸ਼ਾ ਹੈ ਵੈਸੇ ਜੇ ਆਪਾਂ ਦੇਖੀਏ ਤਾਂ। ਕਹਿਣ ਦਾ ਮਤਲਬ ਇਹੋ ਆ, ਇਹ ਚੀਜ਼ਾਂ 'ਚੋਂ ਸਾਨੂੰ ਵੇਖਣਾ ਸਮਝਣਾ ਵੀ ਪਏਗਾ ਕਿ ਠੀਕ ਆ, ਕੁਛ ਗੱਲਾਂ ਹੈਗੀਆਂ ਨੇ ਕਿ ਆਪਾਂ ਕਹਿ ਸਕਦੇ ਹਾਂ ਕਿ ਬਈ ਹਥਿਆਰ ਉੱਥੇ ਲਿਜਾਣੇ ਗਲਤ ਸੀਗੇ ਜਾਂ ਜੋ ਵੀ ਹੋਇਆ ਅੱਗੇ ਵਗੈਰਾ ਵਗੈਰਾ ਜਿਹੜੇ ਤਰਕ ਦਿੱਤੇ ਜਾਂਦੇ ਆ। ਪਰ ਜੋ ਤੁਸੀਂ ਸਰਕਾਰ ਦੇ ਪੱਖ ਤੋਂ ਵੇਖੋਗੇ ਕਿ ਸਰਕਾਰ ਨੇ ਕਿਸ ਤਰ੍ਹਾਂ ਮਤਲਬ ਕਿ ਇਸ ਸਾਰੀ ਪਰਿਸਥਿਤੀ ਦੇ ਵਿੱਚ ਫੈਸਲੇ ਲੈਣੇ ਸੀ ਜਾਂ ਡੀਲ ਕਰਨਾ ਸੀਗਾ, ਤਾਂ ਉਹ ਤੇ ਸਰਕਾਰ ਤੇ ਖੁਦ ਸਾਜ਼ਿਸ਼ ਰਚਣੀ ਸ਼ੁਰੂ ਕਰ ਦਿੰਦੀ ਹੈ। ਕਿਉਂਕਿ ਮੁਰਾਰਜੀ ਸਰਕਾਰ ਡਿੱਗਦੀ ਹੈ, ਉਸ ਤੋਂ ਬਾਅਦ ਫਿਰ ਇਹ 80 ਦੇ ਵਿੱਚ ਆ ਜਾਂਦੇ ਨੇ ਵਾਪਸ, ਤੇ 80 ਚੋਂ ਆ ਕੇ ਗਾਂ 85 ਦਾ ਸੋਚਣ ਲੱਗ ਪੈਂਦੇ ਆ ਕਿ ਦੇਖੋ 70 'ਚ ਜਿੱਤ ਕੇ ਅਸੀਂ ਕੀ ਖੱਟਿਆ ਸੀਗਾ ਉਦੋਂ, ਉਸ ਵੇਲੇ ਬਈ ਇੰਦਰਾ ਲਿਆਓ, ਗਰੀਬੀ ਹਟਾਓ, ਉਹ ਨਾਰਾ ਫਟੀ ਮੇਜ਼ ਹੋ ਗਈ ਉਹਦੀ, ਤੇ ਗਾਂ ਪਤਾ ਨਹੀਂ ਕੀ ਹੋਏਗਾ ਕਿ ਨਹੀਂ। ਤਾਂ ਉਹ ਉਸ ਚੀਜ਼ ਨੂੰ ਇਹਨਾਂ ਨੇ ਉੱਥੋਂ ਹੀ ਸੋਚਣਾ ਸ਼ੁਰੂ ਕਰ ਦਿੱਤਾ ਜੀ, ਕਿਸ ਨੂੰ ਵਧਾਇਆ ਜਾਣਾ ਚਾਹੀਦਾ, ਨਿਪਟਾਇਆ ਨਹੀਂ ਜਾਣਾ ਚਾਹੀਦਾ ਜੀ। ਨਹੀਂ ਤਾਂ ਦਾਅਵਾ ਕਰਦੇ ਨੇ ਕਈ ਜਿਹੜੇ ਉਸ ਵੇਲੇ ਦੇ ਵੀ ਖੁਫੀਆ ਅਧਿਕਾਰੀ ਆ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਹੀ ਇਹਨਾਂ ਦਾ ਮੁੱਖ ਮੰਤਵ ਹੁੰਦੀ ਤਾਂ ਉਹ ਕਦੇ ਵੀ ਹੋ ਸਕਦੀ ਸੀਗੀ ਜੀ। ਦਿੱਲੀ 'ਚ ਹੋ ਸਕਦੀ ਸੀ, ਹਰਿਆਣੇ 'ਚ ਹੋ ਸਕਦੀ ਸੀ, ਹੋਰ ਬਹੁਤ ਸਾਰੀਆਂ ਥਾਵਾਂ 'ਤੇ ਹੋ ਸਕਦੀ ਸੀਗੀ ਜੀ। ਪਰ ਇਹਨਾਂ ਨੇ ਨਹੀਂ ਸੀ ਕਰਨੀ ਕਿਉਂਕਿ ਇਹਨਾਂ ਨੂੰ ਲੱਗਦਾ ਸੀਗਾ ਕਿ ਉਹ ਇਲੈਕਸ਼ਨ ਬਹੁਤ ਦੂਰ ਹੈ। ਜੀ ਜੀ ਜੀ। ਫਿਰ ਦੂਸਰਾ ਇਹਨਾਂ ਨੇ ਫੰਡਾ ਅਪਣਾ ਲਿਆ ਕਿ ਉੱਧਰੋਂ ਮੋਡਰੇਟ ਅਕਾਲੀ ਸੀ ਜਿਹੜੇ, ਉਹਨਾਂ ਦੇ ਨਾਲ ਗੇੜਾਂ ਦੀ ਗੱਲਬਾਤ, ਤੇ ਉਹ ਮੁੱਕਣ 'ਚ ਹੀ ਨਹੀਂ ਸੀ ਆਉਂਦੀ ਜੀ। 26 ਗੇੜਾਂ ਦੀ ਗੱਲਬਾਤ ਹੋਈ ਹੈ, ਹਿਸਾਬ ਲਾ ਲਓ। ਜੀ 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 ਜੀ। ਮਤਲਬ ਕਿ ਨਿਬੇੜਨਾ ਹੀ ਨਹੀਂ ਸੀ ਚਾਹੁੰਦੇ, ਨੇੜੇ ਲਿਜਾਣਾ ਚਾਹੁੰਦੇ ਸੀਗੇ ਜੀ। ਇਹ ਸਿੱਟਾ ਨਿਕਲਦਾ ਇਸ ਮਾਮਲੇ 'ਚ। ਠੀਕ ਆ ਕਿ ਬਈ ਇੱਕ ਧਿਰ ਆਪਾਂ ਕਹਿ ਸਕਦੇ ਹਾਂ ਕਿ ਉਹ ਵੀ ਉਸ ਵੇਲੇ ਪਰਿਸਥਿਤੀਆਂ ਦਾ ਅੰਕਲਨ ਠੀਕ ਢੰਗ ਨਾਲ ਨਹੀਂ ਕਰ ਸਕੀ, ਯਾਨੀ ਸਿੱਖ ਲੀਡਰਸ਼ਿਪ 'ਚੋਂ ਆਪਾਂ ਕਹੀਏ ਜੀ। ਪਰ ਦੂਸਰੇ ਪਾਸੇ ਜੇ ਦੇਖੋਗੇ ਤਾਂ ਜਿਹੜੀ ਸਰਕਾਰ ਨੇ ਇਹਨਾਂ ਚੀਜ਼ਾਂ ਨੂੰ ਰੋਕਣਾ ਸੀ ਉਹ ਖੁਦ ਸਾਜ਼ਿਸ਼ ਕਰ ਰਹੀ ਸੀਗੀ ਜੀ। ਇਹ ਸਭ ਤੋਂ ਵੱਡੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਤਰਾਸਦੀ ਰਹੀ ਹੈ ਜੀ ਕਿ ਉਹਨਾਂ ਨੇ ਸਿਆਸੀ ਲਾਹੇ ਵਾਸਤੇ ਇਹਨਾਂ ਚੀਜ਼ਾਂ ਨੂੰ ਵਧਣ ਦਿੱਤਾ, ਤੇ ਜਦੋਂ ਹੱਦੋਂ ਹੀ ਜ਼ਿਆਦਾ ਵੱਧ ਗਈਆਂ ਫਿਰ ਉਹਨਾਂ ਨੇ ਉਹ ਕੀਤਾ ਜਿਹੜਾ ਨਹੀਂ ਸੀ ਹੋਣਾ ਚਾਹੀਦਾ, ਜੋ ਮਤਲਬ ਕਿ ਸਿੱਖਾਂ ਦੇ ਕਾਲਜੇ ਦਾ ਨਸੂਰ ਆ ਜੀ। ਸੋ ਇਸ ਕਰਕੇ ਇਹ ਸਾਰੀ ਕਹਾਣੀ ਹੈ ਜੀ। ਇਤਿਹਾਸ 'ਚ ਜੇ ਦੇਖੋਗੇ ਤਾਂ ਇਹੀ ਨਿਕਲਦੇ ਆ ਸਿੱਟੇ ਜੀ। ਪਰ ਹੁਣ ਕੀ ਕੀਤਾ ਜਾ ਸਕਦਾ ਜੀ, ਉਹ ਵਕਤ ਤੇ ਨਹੀਂ ਆਉਂਦਾ, ਪਰ ਉਹ ਵਕਤ ਭੁਲਾਇਆ ਵੀ ਨਹੀਂ ਜਾ ਸਕਦਾ ਜੀ। ਜੀ ਜੀ ਬਿਲਕੁਲ ਬਿਲਕੁਲ ਜੀ। ਮੈਂ ਇੱਧਰੋਂ ਮਿੰਟੂ ਜੀ 2-4 ਚੰਦ ਕਮੈਂਟ ਆ ਜਿਹੜੇ ਐਡ ਆਨ ਕਰਕੇ ਫਿਰ ਵਾਪਸ ਆਉਣਾ ਤੁਹਾਡੇ ਵੱਲ ਜੀ। ਤਾਂ ਸ਼ਿਵਰਾਜ ਕੌਰ ਜੀ ਧੰਨਵਾਦ ਭੈਣ ਜੀ, ਕਹਿੰਦੇ ਕਿ ਮੈਂ ਰੀਸੈਂਟਲੀ ਤੁਹਾਡਾ ਪ੍ਰੋਗਰਾਮ ਦੇਖਣਾ ਸ਼ੁਰੂ ਕੀਤਾ ਸਕਾਟਲੈਂਡ ਤੋਂ ਜੀ, ਤੇ ਤੁਸੀਂ ਜਿਹੜਾ ਓਨੈਸਟਲੀ ਕਰਦੇ ਹੋ ਆਪਣਾ ਪ੍ਰੋਗਰਾਮ। ਬਿਲਕੁਲ, ਚਲੋ ਧੰਨਵਾਦ ਤੁਹਾਡਾ। ਬੋਬੀ ਸਿੱਧੂ ਤਲਵੰਡੀ ਸਾਬੋ ਤੋਂ ਕਹਿੰਦੇ ਮੈਂ ਰੈਗੂਲਰ ਦੇਖਦਾ, ਚਲੋ ਧੰਨਵਾਦ ਜੀ। ਇੱਧਰੋਂ ਅੰਮ੍ਰਿਤਪਾਲ ਜੀ, ਇਹ ਮਿੰਟੂ ਜੀ ਸਵਾਲ ਇਹਨਾਂ ਦਾ, ਕਹਿੰਦੇ ਜੀ ਕਿ ਟੌੜਾ ਸਾਹਿਬ ਨੇ ਕੇਂਦਰ ਸਰਕਾਰ ਤੇ 1000 ਕਰੋੜ ਦਾ ਕੇਸ ਕੀਤਾ ਜੀ, ਕਹਿੰਦੇ ਕਿ ਦਰਬਾਰ ਸਾਹਿਬ ਤੇ ਕੀਤੇ ਹਮਲੇ ਵਿਰੁੱਧ ਜੀ। ਇਸ ਬਾਰੇ ਕੋਈ ਜਾਣਕਾਰੀ ਹੋਈ ਤਾਂ ਜ਼ਰੂਰ ਤੁਸੀਂ ਦੱਸਿਓ ਜੀ। ਨਹੀਂ, ਉਹ ਕੀਤਾ ਸੀਗਾ, ਉਹ ਹਾਲੇ ਵੀ ਹੈਗਾ ਜੀ। ਉਹ ਸੁਣਵਾਈ ਹੋਈ ਸੀਗੀ ਤਾਂ 2 ਕੁ ਸਾਲ ਪਹਿਲਾਂ ਮੈਂ ਪੜ੍ਹੀ ਸੀਗੀ ਉਹ ਖਬਰ, ਤੇ ਕੇਂਦਰ ਸਰਕਾਰ ਤੇ SGPC ਨੂੰ ਕਿਹਾ ਸੀਗਾ ਕਿ ਤੁਸੀਂ ਆਪਸ ਦੇ ਵਿੱਚ ਗੱਲਬਾਤ ਕਰਕੇ ਦੇਖ ਲਓ, ਹੱਲ ਕੋਈ ਨਿਕਲਦਾ ਤਾਂ। ਉਸ ਤੋਂ ਬਾਅਦ SGPC ਨੇ ਫਿਰ ਜਵਾਬ ਦਿੱਤਾ ਸੀਗਾ ਕਿ ਬਈ ਤੁਸੀਂ ਉਹ ਫੈਸਲਾ ਕਰੋ, ਸਾਡਾ ਨਹੀਂ ਨਿਬੇੜਾ ਹੋ ਸਕਦਾ। ਹੁਣ ਉਹ ਕਿੱਥੇ ਕੋ ਖੜੀ ਹੈ ਗੱਲਬਾਤ ਮੈਨੂੰ ਪਤਾ ਨਹੀਂ ਹੈ ਇਸ ਬਾਬਤ, ਪਰ ਉਹ ਮੁਕੱਦਮਾ ਜ਼ਰੂਰ ਹੋਇਆ ਸੀਗਾ ਜੀ। ਇਹ ਗੱਲ ਬਿਲਕੁਲ ਦਰੁਸਤ ਹੈ ਜੀ। ਜੀ 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 ਬਿਲਕੁਲ ਬਿਲਕੁਲ ਜੀ। ਇੱਧਰੋਂ ਜੋਗਾ ਮੈਰੋਕੇ ਜੀ ਕਹਿੰਦੇ ਕਿ ਜੀ ਆਪਣਾ ਬਹੁਤ ਮਾੜੀ ਘਟਨਾ ਜੇ ਨਹੀਂ ਹੋਣਾ ਚਾਹੀਦਾ ਸੀ ਜੀ, ਨਹੀਂ ਹੋਣਾ ਚਾਹੀਦਾ ਸੀ। ਮੈਂ ਖੁਦ ਮੰਨਦਾ, ਠੀਕ ਆ ਮਾਨ ਸਾਹਿਬ, ਕਿ ਦੇਖੋ ਜਿਹੜਾ ਗਿਆਨੀ ਜੈਲ ਸਿੰਘ ਮਤਲਬ ਕਿ ਉਹਨਾਂ ਦਾ ਕਾਰਜਕਾਲ ਤੁਸੀਂ ਦੇਖੋਗੇ ਸੀਗਾ, ਉਹ ਇੱਥੋਂ ਦੀ ਰਾਜਨੀਤੀ 'ਚੋਂ ਗਾਂਹ ਜਾ ਕੇ ਰਾਸ਼ਟਰਪਤੀ ਬਣ ਕੇ ਵੀ ਪੰਜਾਬ ਦੀ ਰਾਜਨੀਤੀ 'ਤੇ ਪ੍ਰਭਾਵ ਪਾ ਰਹੇ ਸੀ, ਕਿਉਂਕਿ ਉਹਨਾਂ ਦੀ ਦਰਬਾਰਾ ਸਿੰਘ ਨਾਲ ਅਣਬਣ ਸੀਗੀ, ਕਾਂਗਰਸੀਆਂ ਦਾ ਵੀ ਰੌਲਾ ਰਹਿੰਦਾ ਹੈ। ਤਾਂ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਐਸੀਆਂ ਕੀਤੀਆਂ ਜਿਨ੍ਹਾਂ ਦਾ ਖਮਿਆਜ਼ਾ ਭੁਗਤਣਾ ਪਿਆ ਜੀ। ਜੇ ਉਹ ਨਾ ਇੱਕ ਸਿਆਸੀ ਵਿਜ਼ਨ ਦੀ ਬਜਾਏ ਇੱਕ ਸਿੱਖ ਦੇ ਪਰਪੱਖ ਤੋਂ ਦੇਖਦੇ ਨਾ, ਮੇਰੇ ਉਸ ਪਰਪੇਖ ਤੋਂ ਦੇਖਦੇ ਤਾਂ ਮਸਲਾ ਬਹੁਤ ਹੱਦ ਤੱਕ ਸੁਲਝ ਸਕਦਾ ਸੀਗਾ। ਤਾਂ ਉਹ ਖੁਦ ਇਸ ਗੇਮ ਦਾ ਹਿੱਸਾ ਸਨ ਜੀ।
ਮੈਂ ਨਹੀਂ ਕਹਿੰਦਾ, ਬਹੁਤ ਕੁਛ ਆ। ਉਹ ਕਿਤਾਬਾਂ 'ਚ ਤੇ ਇੱਥੋਂ ਤੱਕ ਲਿਖਿਆ ਕਿ ਬਈ ਇਹਨਾਂ ਨੇ ਇੱਥੇ ਇੱਕ ਜਥੇਬੰਦੀ ਖੜੀ ਕੀਤੀ ਜੀ, ਗਿਆਨੀ ਜੈਲ ਸਿੰਘ ਨੇ, ਤਾਂ ਕਿ ਖਾਲਿਸਤਾਨ ਦੇ ਮੁੱਦੇ ਨੂੰ ਉਭਾਰ ਮਿਲ ਸਕੇ, ਜੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਹੋਰ ਉਭਾਰ ਹੋਵੇ, ਤਾਂ ਕਿ ਉਹਨਾਂ ਨੇ ਉੱਥੇ ਲਿਜਾਣੇ ਹੀ ਸੀਗੇ। ਮਤਲਬ ਕਿ ਇਹ ਤੁਸੀਂ ਸਮਝ ਸਕਦੇ ਹੋ ਕਿ ਪਹਿਲੇ ਕਈ ਸਾਲ ਪਹਿਲਾਂ ਹੀ ਤੈਅ ਹੋ ਗਿਆ ਕਿ ਨਹੀਂ, ਇਸ ਨੂੰ ਅੱਗੇ ਲੈ ਕੇ ਜਾਣਾ ਜੀ। ਆ ਤੁਸੀਂ ਹੁਣ ਵੀ ਦੇਖ ਲਓ, ਉਹੀ ਫਾਰਮੂਲਾ ਜਿਹੜਾ ਅੱਜ ਦੀ ਘੜੀ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ। ਜੀ, ਅਮਰਤਪਾਲ ਸਿੰਘ ਦੇ ਮਾਮਲੇ 'ਚ ਕੀ ਕੀਤਾ ਇਹਨਾਂ ਨੇ? ਅਮਰਤਪਾਲ ਸਿੰਘ ਨੇ ਆਪਣਾ ਏਜੰਡਾ ਕੋਈ ਹੁਣ ਤਾਂ ਸਪਸ਼ਟ ਨਹੀਂ ਸੀ ਕੀਤਾ, ਉਹ ਤਾਂ ਇੰਡੀਆ 'ਚ ਆਉਣ ਤੋਂ ਪਹਿਲਾਂ ਹੀ ਸੀਗਾ। ਸਾਰਾ ਕੁਝ ਹੋਣ ਦਿੱਤਾ ਗਿਆ, ਆਇਆ ਵੀ, ਸਭ ਕੁਝ ਹੋਇਆ, ਪਰ ਉਸ ਤੋਂ ਬਾਅਦ ਨੈਸ਼ਨਲ ਮੀਡੀਆ 'ਤੇ ਫੁੱਲ ਕਵਰੇਜ ਕਰਾ ਕੇ ਤੇ ਫਿਰ ਤੁਹਾਡੇ ਸਾਹਮਣੇ ਆ। ਜੀ, ਉਹੀ ਚੀਜ਼ਾਂ ਨੇ ਅੱਜ ਵੀ। ਉਸ ਟਾਈਮ ਸਿੱਖਾਂ ਨੂੰ ਖਲਨਾਇਕ ਬਣਾਇਆ ਗਿਆ, ਮਤਲਬ ਕਿ ਇੱਕ ਡਰ ਪੈਦਾ ਕੀਤਾ ਗਿਆ ਕਿ ਜੇ ਇੰਦਰਾ ਗਾਂਧੀ ਨਾ ਹੁੰਦੀ, ਕਾਂਗਰਸ ਸਰਕਾਰ ਅਜਿਹਾ ਨਾ ਕਰਦੀ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ, ਦੇਸ਼ ਟੁੱਟ ਜਾਣਾ ਸੀਗਾ, ਇਹ ਹੋ ਜਾਣਾ ਸੀ, ਉਹ ਹੋ ਜਾਣਾ ਸੀ। ਉਸੇ ਤਰ੍ਹਾਂ ਹੀ ਅੱਜ ਤੁਸੀਂ ਦੇਖੋਗੇ ਜੀ, ਇੱਕ ਘੱਟ ਗਿਣਤੀ ਬਾਰੇ ਇਹੀ ਨੈਰੇਟਿਵ ਜਿਹੜਾ ਬੁਣਿਆ ਜਾਂਦਾ ਹੈ, ਜੀ, ਬਹੁਤ ਤੇਜ਼ੀ ਨਾਲ ਪਸਰਿਆ ਉਹ ਸਾਰਾ ਜੀ, ਕੁਝ। ਜੀ, ਜੀ, ਤਾਂ ਇਤਿਹਾਸ ਕਈ ਵਾਰ ਫਿਰ ਸਾਡੇ ਸਾਹਮਣੇ ਵਰਤਮਾਨ 'ਚ ਕਿਸੇ ਨਾ ਕਿਸੇ ਰੂਪ 'ਚ ਆ ਜਾਂਦਾ। ਜੀ, 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 ਬਿਲਕੁਲ ਬਿਲਕੁਲ ਜੀ। ਇੱਧਰੋਂ ਸਰਵ ਸਿੰਘ ਸਚਦੇਵਾ, ਕੋਈ ਗੱਲ ਨਹੀਂ ਜੀ, ਇਹਨਾਂ ਨੇ 27 ਮਈ ਨੂੰ ਈਮੇਲ ਕੀਤੀ ਹੈ ਜਨਾਬ, ਕਹਿੰਦੇ ਕਿ ਰੀਡ ਕਰਿਓ। ਕੋਈ ਗੱਲ ਨਹੀਂ ਜੀ, ਟੈਕਨੀਕਲ ਟੀਮ ਸਾਡੇ ਤੱਕ ਪਹੁੰਚਾ ਦੇਗੀ ਤਾਂ ਜ਼ਰੂਰ ਰੀਡ ਕਰ ਲਾਂਗੇ। ਤੇ ਨਾਲ ਹੀ ਸਿਮਰਜੀਤ ਕੁਲਰੀਆ ਜੀ ਕਹਿ ਰਿਹਾ ਜੀ, ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗ ਸਕਿਆ, ਕਹਿੰਦੇ ਕਿ ਜੀ ਵਾਰ-ਵਾਰ ਸਿੱਖ ਸੁਰੱਖਿਆ ਕਰਮੀਆਂ ਨੂੰ ਕਿਉਂ ਰਿਮੂਵ ਕੀਤਾ ਜਾਂਦਾ ਜੀ, ਕਹਿੰਦੇ ਕਿ ਰਿਮੂਵ ਕਰਨ ਦੇ ਬਾਅਦ ਫਿਰ ਦੁਬਾਰਾ ਲੈ ਕੇ ਆਏ PM ਘੇਰੇ ਦੇ ਵਿੱਚ ਜੀ, ਕਹਿੰਦੇ ਕਿ ਕੌਣ ਲੈ ਕੇ ਆਇਆ ਜੀ, ਕਹਿੰਦੇ ਕਿ ਸਾਨੂੰ ਇਸ ਸਵਾਲ ਦਾ ਜਵਾਬ ਨਹੀਂ ਮਿਲਦਾ ਜੀ, ਕਹਿੰਦੇ ਕਿ ਨਹੀਂ। ਉਸ ਵੇਲੇ ਦੇਖੋ ਜਿਹੜੇ ਸੀਗੇ ਸਿਕਿਉਰਿਟੀ ਅਫੀਸ਼ੀਅਲਸ, ਵੈਸੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਉਦੋਂ ਇੰਟੈਲੀਜੈਂਸ ਨੇ ਇਨਪੁਟ ਦਿੱਤਾ ਸੀਗਾ ਇੰਦਰਾ ਗਾਂਧੀ ਨੂੰ ਜੀ, ਕਿ ਬਈ ਇਹ ਮਤਲਬ ਕਿ ਜਿਹੜੇ ਸਿੱਖ ਬਾਡੀਗਾਰਡ ਆ ਬਈ ਇਹਨਾਂ ਨੂੰ ਹਟਾ ਦੇਣਾ ਚਾਹੀਦਾ ਜੀ, ਕਿਉਂਕਿ ਘੇਰੇ ਕਈ ਹੁੰਦੇ ਆ ਨਾ, ਲੇਅਰਸ ਕਈ ਹੁੰਦੇ ਆ। ਤਾਂ ਇੰਦਰਾ ਗਾਂਧੀ ਨੇ ਕਹਿੰਦੇ ਆ ਕਿ ਮੈਂ ਤਾਂ ਜੋ ਪੜ੍ਹਿਆ, ਜੋ ਮਤਲਬ ਕਿ ਕਿਉਂਕਿ ਦੁਨੀਆ ਦੀ ਕੋਈ ਵੀ, ਮੈਂ ਇਹ ਵੀ ਗੱਲ ਕਹਿਣਾ ਵਾਰ-ਵਾਰ, ਜੀ, ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਦਾ, ਪਰ ਮੈਂ ਕਿਸੇ ਵੀ ਚੀਜ਼ ਨੂੰ ਦੁਨੀਆ ਦਾ ਅੰਤਮ ਸੱਚ ਨਹੀਂ ਮੰਨਦਾ। ਹਾਂਜੀ, ਉਸ ਤੋਂ ਅੱਗੇ ਪੜ੍ਹ ਲਓ, ਉਸ ਤੋਂ ਅੱਗੇ ਪੜ੍ਹ ਲਓ, ਇਹੀ ਕੁਛ ਹੈ ਆਪਣੇ ਕੋਲ, ਪੜ੍ਹਦੇ ਚਲੋ। ਤਾਂ ਸਿੱਟਾ ਇੰਨੀ ਛੇਤੀ ਨਹੀਂ ਨਿਕਲ ਸਕਦਾ। ਉਹ ਕਈ ਥਿਊਰੀਆਂ ਦਿੱਤੀਆਂ ਜਾਂਦੀਆਂ ਇੰਦਰਾ ਗਾਂਧੀ ਦੇ ਕਤਲ 'ਚ, ਬਈ ਉਸ ਟਾਈਮ ਰਸ਼ੀਆ ਨੇ ਕਰਾ ਦਿੱਤਾ, ਇਹ ਕਰ ਦਿੱਤਾ, ਉਹ ਕਰ ਦਿੱਤਾ, CIA ਨੇ ਕਰਾ ਦਿੱਤਾ, ਰਸ਼ੀਆ ਨੇ ਇੱਦਾਂ ਕਰਾਇਆ, ਮਤਲਬ ਕਿ ਬਥੇਰਾ ਕੁਛ ਆ, ਉਹ ਅਲੱਗ-ਅਲੱਗ ਥਿਊਰੀਆਂ ਨੇ। ਤਾਂ ਕਹਿਣ ਦਾ ਮਤਲਬ ਹੈ ਕਿ ਉਸ ਵੇਲੇ ਇੰਦਰਾ ਗਾਂਧੀ ਨੇ ਕਿਹਾ ਕਿ ਮੈਂ ਇਸ ਵੇਲੇ ਜੇ ਇਹਨਾਂ ਸਿੱਖ ਬਾਡੀਗਾਰਡਾਂ ਨੂੰ ਹਟਾਉਣੀ ਆ ਤਾਂ ਮੈਸੇਜ ਬਹੁਤ ਗਲਤ ਜਾਏਗਾ। ਅੱਛਾ, ਵੈਸੇ ਕਿਹਾ ਗਿਆ ਸੀਗਾ, ਇੱਕ ਤਰਕ ਤੇ ਇਹ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਜੀ, ਕਿਹਾ ਗਿਆ ਸੀਗਾ। ਜੀ, 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 ਮਤਲਬ ਕਿ ਉਹਨਾਂ ਦੇ ਹੁਣ ਜਿਹੜੇ ਖੁਫੀਆ ਉਸ ਟਾਈਮ ਪ੍ਰਧਾਨ ਮੰਤਰੀ ਦਾ ਸਟਾਫ ਵੀ ਤਾਂ ਹੋਏਗਾ ਨਾ, ਜਿਵੇਂ ਅੱਜ ਹੁੰਦਾ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਸਟਾਫ ਹੁੰਦਾ, ਬਿਲਕੁਲ, ਜਿਵੇਂ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਆ, ਸੂਚਨਾ ਵਾਲੇ ਹੋਏ, ਸਾਰੇ ਡਿਪਾਰਟਮੈਂਟ ਅਲੱਗ-ਅਲੱਗ, ਜੇ ਆਪਾਂ ਦੇਖੀਏ ਤਾਂ ਉਹ ਕਹਿ ਲਓ ਕਿ ਖੁਫੀਆ ਤੰਤਰ ਵਾਲੇ ਹੋਏ, ਇਹ ਸਾਰੇ ਹੁੰਦੇ ਆ ਨਾ ਆਲੇ ਦੁਆਲੇ। ਹਾਂਜੀ, ਤਾਂ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ। ਜੀ, ਉਦੋਂ ਸ਼ਾਇਦ ਸਲਾਹਕਾਰ ਸੀ ਧਵਨ, ਜੀ, ਉਹਨ ਕਿਹਾ ਸੀਗਾ ਸ਼ਾਇਦ, ਜੀ, 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 ਇਹ ਗੱਲ ਮੈਂ ਵੀ ਪੜ੍ਹੀ ਹੈ ਕਿਤੇ। ਜੀ, 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 ਬਿਲਕੁਲ ਜੀ। ਤੇ ਮਿੰਟੂ ਜੀ ਥੋੜਾ ਜਿਹਾ ਆਪਾਂ ਅੱਗੇ ਨੂੰ ਵਧੀਏ ਜੀ, ਤਾਂ ਗੱਲ ਫਿਰ ਵੋਟਾਂ ਦੀ ਕਰ ਲਈਏ ਜੀ, ਕਹਿੰਦੇ ਕਿ ਇੱਕੋ ਸਮੇਂ ਵੀ ਪਟਾਕਾ ਪੈ ਸਕਦਾ। ਹਾਂਜੀ, ਇਹਦੇ ਨਾਲ ਜੁੜਿਆ ਕੋਈ ਵੀ ਕਮੈਂਟ ਲਓ, ਕਿਉਂਕਿ ਸਾਡੇ ਲਈ ਇਹ ਜ਼ਰੂਰੀ ਹੈ। ਜੀ, ਮੈਂ ਦੇਖ ਲੈਣਾ ਜੀ, ਇਸ ਕਿਸੇ ਨੂੰ ਕੋਈ ਉਹ ਨਾ ਹੋਵੇ। ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ, ਕਿਉਂਕਿ ਸਾਡਾ ਇਹ ਫਰਜ਼ ਆ, ਬੇਸ਼ੱਕ ਅਸੀਂ ਮਤਲਬ ਕਿ ਠੀਕ ਆ ਜਿਸ ਧਿਰ ਦੀ ਵੀ ਗੱਲ ਅਸੀਂ ਕਰਦੇ ਹਾਂ ਜੀ, ਪਰ ਇਹ ਆ ਕਿ ਕਿਸੇ ਦੀ ਕੋਈ ਗੱਲ ਰਹੇ ਨਾ। ਜੀ, 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 ਬਿਲਕੁਲ, ਬਿਲकुल ਜੀ। ਮੈਂ ਦੇਖ ਲੈਣਾ ਜਰਾ ਇਸ ਬਾਬਤ ਹੋਇਆ ਤਾਂ ਕਮੈਂਟ ਜੀ। ਇੱਕ ਵੀਰ ਦਾ ਉੱਪਰ ਕਮੈਂਟ ਸੀਗਾ ਜੀ ਕਿ ਅੰਮ੍ਰਿਤਪਾਲ ਐਕਸ਼ਨ ਦਾ ਕਹਿੰਦੇ ਕਿ ਅਸਰ ਇਸ ਵਾਰ ਬਹੁਤ, ਕਹਿੰਦੇ ਕਿ ਜੀ ਇਸ ਵਾਰ ਬਹੁਤ ਜਿਹੜਾ ਪੁਲਿਸ ਆ ਉਹ ਸਖਤ ਸੀਗੀ ਜੀ, ਕੋਈ ਘਟਨਾ ਨਹੀਂ ਹੋਈ ਜੀ, ਕਹਿੰਦੇ ਕਿ ਨਾ ਇਧਰ ਕੋ ਮਾਹੌਲ ਖਰਾਬ ਕਰ ਪਾਇਆ ਜੀ ਇਸ ਤਰ੍ਹਾਂ ਦੇ ਨਾਲ, ਕਹਿੰਦੇ ਕਿ ਵਿੱਕੀ ਜੀ ਕਹਿ ਰਹੇ ਜੀ। ਨਹੀਂ ਵੇਖੋ ਗੱਲ ਇਹ ਆ ਕਿ ਇਹਨਾਂ ਨੇ ਉਸ ਚੀਜ਼ ਤੋਂ ਸ਼ਾਇਦ ਸਬਕ ਸਿੱਖਿਆ ਨਾ ਜੀ, ਜਿਹੜੀ ਚੀਜ਼ ਇਸ ਵੇਲੇ ਕਹੀਏ ਤਾਂ ਹੁਣ ਦੇਖੋ ਇੰਦਰਾ ਗਾਂਧੀ ਦਾ ਕਤਲ ਉਸ ਤੋਂ ਬਾਅਦ ਜੋ ਹੋਇਆ ਉਹ ਕਲੰਕ ਹੈ ਨਾ। ਵੈਸੇ ਆਪਾਂ ਜੇ ਕਹੀਏ ਤਾਂ ਦਰਬਾਰ ਸਾਹਿਬ ਤੇ ਅਟੈਕ ਉਹੀ ਆਪਾਂ ਦੇਖ ਰਹੇ ਹਾਂ ਕਿ ਉੱਥੇ ਵੀ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ। ਸਰਕਾਰ ਨੇ ਨਹੀਂ, ਮੈਂ ਕਹੂੰਗਾ ਕਿ ਗੰਦੀ ਸਿਆਸਤ ਜਿਹੜੀ ਸੀਗੀ ਨਾ ਉਸਨੇ ਬਹੁਤ ਗੰਦਾ ਖੇਡ ਖੇਡਿਆ ਇਸ ਸਾਰੇ ਮਾਮਲੇ 'ਚ। ਤੇ ਸਾਡਾ ਪੰਜਾਬ, ਤੁਸੀਂ ਸੋਚ ਕੇ ਦੇਖੋ ਯਾਰ, ਇਹਨਾਂ ਚੀਜ਼ਾਂ ਨੂੰ ਨਾ ਪੰਜਾਬੀ ਦੇ ਤੌਰ ਤੇ ਸੋਚ ਕੇ ਦੇਖੋ, ਚਾਹੇ ਤੁਹਾਡੀ ਵਿਚਾਰਧਾਰਾ ਕੋਈ ਆ, ਸੱਜੇ ਹੋ, ਖੱਬੇ ਹੋ, ਖਾਲਿਸਤਾਨੀ ਹੋ, ਕੋਈ ਵੀ ਹੈ,
ਤੁਸੀਂ ਸੋਚ ਕੇ ਦੇਖੋ 60ਵੇਂ 'ਚ ਜਿੱਥੇ ਹਰੀ ਕ੍ਰਾਂਤੀ ਆ ਗਈ, ਜਿੱਥੇ ਯੂਨੀਵਰਸਿਟੀਆਂ ਬਣ ਗਈਆਂ 70ਵਾਂ ਆਉਂਦੇ ਪਹਿਲਾਂ ਹੀ ਯੂਨੀਵਰਸਿਟੀ ਸੀਗੀ, ਬਣਨੀਆਂ ਸ਼ੁਰੂ ਹੋ ਗਈਆਂ, ਜਿੱਥੋਂ ਦੀ ਸਿਹਤ ਸੇਵਾ 1 ਨੰਬਰ ਸੀਗੀ 80 ਤੱਕ ਵੀ ਰਹੀ ਹੈ ਸੀ ਬਸ। ਹਾਂਜੀ ਰਹੀ, ਮਤਲਬ ਖੇਤੀ ਜਿਹੜੀ ਹੈ ਉਹ ਮਤਲਬ ਕਿ ਚੜ੍ਹ ਗਈ ਚੜਾਈਆਂ 'ਚ, ਦੁੱਧ ਦਾ ਉਤਪਾਦਨ ਵਾਧੂ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜੇ ਇਹ ਗੰਦੀ ਸਿਆਸਤ ਇਸ ਪੰਜਾਬ ਨਾਲ ਖਿਲਵਾੜ ਨਾ ਕਰਦੀ, ਮਤਲਬ ਉਹ ਧੱਕੇ ਹੋਈ ਗਏ, ਕੁਝ ਗਲਤ ਵਧੀਕੀਆਂ ਇਹਨਾਂ ਨੇ ਕੀਤੀਆਂ ਜੀ, ਪਾਣੀ ਵਾਲਾ ਮੁੱਦਾ ਸੀਗਾ, ਹੋਰ ਕੁਝ ਮੁੱਦੇ ਸੀਗੇ ਪੰਜਾਬੀ ਬੋਲਦੇ ਸੂਬੇ 'ਚ, ਤਾਂ ਉਹ ਕੁਛ ਇੱਥੋਂ ਦਾ ਜਿਹੜਾ ਮੀਡੀਆ ਦਾ ਇੱਕ ਹਿੱਸਾ ਸੀਗਾ ਉਹ ਵੀ ਇਸ ਗੇਮ ਦੇ ਗੰਦੀ ਡਰਟੀ ਪੋਲਿਟਿਕਸ ਦਾ ਹਿੱਸਾ ਸੀਗਾ। ਤਾਂ ਉਹਦਾ ਅਸਰ ਜਿਹੜਾ ਹੈ ਅੱਜ ਇਹ ਹੈ ਕਿ ਆਪਾਂ ਕਈ ਸਾਲ ਨਹੀਂ, ਮੈਂ ਕਹੂੰਗਾ ਕਿ ਕਈ ਦਹਾਕੇ ਪਿੱਛੇ ਪੈ ਗਏ। ਨਹੀਂ ਤਾਂ ਸਾਡੇ ਕੋਲ ਸਾਰਾ ਕੁਝ ਹੀ ਸੀਗਾ ਕਿ ਅਸੀਂ ਤਾਂ ਬਹੁਤ ਅੱਗੇ ਜਾ ਸਕਦੇ ਸੀ। ਜੀ ਜੀ ਜੀ, ਕਿਉਂਕਿ ਉਹ ਜਿਹੜਾ ਸਾਡਾ ਸਮਾਂ, ਜੋ ਸਾਡਾ ਜਵਾਨੀ ਦਾ ਘਾਣ ਹੋਇਆ, ਜੋ ਮਤਲਬ ਕਿ ਨੁਕਸਾਨ ਹੋਇਆ ਸਾਡੀ ਇਕਨੋਮੀ ਤਬਾਹ ਹੋ ਗਈ, ਸਾਡੇ ਤੇ ਉਲਟਾ ਕਰਜ਼ਾ ਚੜ ਗਿਆ। ਜੇ ਉਹ ਸਾਡੇ ਤੁਸੀਂ ਸੋਚ ਕੇ ਦੇਖੋ 75 ਤੋਂ 95 ਉਹ 20 ਸਾਲ ਅਸੀਂ ਮਤਲਬ ਕਿ ਜਿਸ ਤਰ੍ਹਾਂ ਹੁਣ ਗਾਂ ਖੇਤੀ ਦਾ ਮਸ਼ੀਨੀਕਰਨ ਹੋ ਰਿਹਾ ਸੀਗਾ, ਇਕਨੋਮੀ ਸਾਡੀ ਲਿਬਰਲ ਹੋ ਗਈ, ਨਵਉਦਾਰਵਾਦੀ ਨੀਤੀਆਂ ਆ ਗਈਆਂ 90ਵੇਂ 'ਚ, ਤਾਂ ਉਹ ਸੋਚ ਕੇ ਦੇਖੋ ਤੁਸੀਂ ਕਹਾਣੀ ਕਿੱਧਰ ਨੂੰ ਜਾਂਦੀ ਸੀ। ਕਦੇ ਇਸ ਪੱਖ ਤੋਂ ਸੋਚ ਕੇ ਦੇਖੋ ਜੀ ਬਿਲਕੁਲ ਕਿ ਸਾਡਾ ਨੁਕਸਾਨ ਕਿੰਨਾ ਕਰ ਦਿੱਤਾ ਉਹਨਾਂ ਨੇ ਇੱਕ ਆਪਣੀ ਰਾਜਨੀਤੀ ਲਈ। ਸਿਰਫ ਇਹੀ ਸੀ ਕਿ ਐਮਰਜੈਂਸੀ 'ਚ ਅਕਾਲੀਆਂ ਨੇ ਇਹਨਾਂ ਦਾ ਵਿਰੋਧ ਕੀਤਾ, 77 'ਚ ਉਹਨਾਂ ਦੀ ਸਰਕਾਰ ਬਣੀ ਤੇ ਬਸ ਇੱਕ ਖੁੰਦਕ ਕਿ ਅਕਾਲੀਆਂ ਨੂੰ ਸਬਕ ਸਿਖਾਉਣਾ ਹੈ ਜੀ, ਠੀਕ ਹੈ ਨਾ, ਕਿਉਂਕਿ ਅਕਾਲੀਆਂ ਨੇ ਵੀ ਕੁਝ ਬੰਦੇ ਫੜ ਕੇ ਇਹਨਾਂ ਦੇ ਅੰਦਰ ਸੁੱਟਤੇ 77 'ਚ ਆ ਕੇ ਜੀ। ਬਸ ਇੱਥੋਂ ਹੀ ਇਹ ਗੱਲਾਂ ਜਿਹੜੀਆਂ ਤੁਰਦੀਆਂ ਮਤਲਬ ਕਿ ਸਿਆਸੀ ਅਦਾਵਤ ਵੇਖੋ ਕਿ ਇੱਕ ਸੂਬੇ ਨੂੰ ਕਿੱਥੇ ਬਲਦੀ ਦੇ ਬੂਥੇ ਪਾ ਜਾਂਦੀ ਹੈ। ਜੀ 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 ਜੀ, ਪਹਿਲਾਂ ਸਪੋਰਟ ਕਰਦੇ ਰਹੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਦੋਂ ਬਹੁਤ ਹੀ ਜ਼ਿਆਦਾ ਪਾਵਰਫੁਲ ਹੋ ਗਏ ਤਾਂ ਫਿਰ ਕਹਾਣੀ ਜਿਹੜੀ ਹੈ ਦੂਸਰੇ ਪਾਸੇ ਨੂੰ ਚਲੇ ਜਾਂਦੀ ਹੈ। ਜੀ ਜੀ, ਪਹਿਲਾਂ ਇਸ ਚੀਜ਼ ਨੂੰ ਸਪੋਰਟ ਕਰਦੇ ਰਹੇ ਕਿ ਇਹ ਵਧੇ, ਇਹ ਬਹੁਤ ਜ਼ਿਆਦਾ ਅੱਗੇ ਵਧੇ। ਜੀ 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 ਜੀ, ਬਿਲਕੁਲ ਜੀ। ਇਧਰੋਂ ਜਿਮੀ ਮੁਕਤਸਰ ਕਰੇ ਜੀ 84 ਤੋਂ ਬਾਅਦ ਹੀ ਡਾਊਨਫਾਲ ਸਟਾਰਟ ਹੋਇਆ ਜੀ ਸਾਡਾ, ਤੇ ਉੱਪਰ ਹਾਂਜੀ, ਕਿਉਂਕਿ ਪਹਿਲਾਂ ਵੀ ਦੇਖੋ ਚੀਜ਼ਾਂ ਜਿਹੜੀਆਂ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਨਾ 77 78 ਤੋਂ ਹੀ ਜੀ। ਪਹਿਲਾਂ ਤਾਂ ਐਮਰਜੈਂਸੀ ਸੀ 75 'ਚ ਜੀ, 2 ਸਾਲ ਤਾਂ ਉਹੀ ਦੇਸ਼ ਜਿਹੜਾ ਸਥਿਰ ਹੁੰਦਾ ਉਹੀ ਲੈ ਗਿਆ। 77 'ਚ ਸਰਕਾਰ ਬਣਦੀ ਹੈ, 79 'ਚ ਇਹਨਾਂ ਨੇ ਡੇਕ ਦਿੱਤੀ ਸੀਗੀ, ਚੌਧਰੀ ਚਰਨ ਸਿੰਘ ਮਤਲਬ ਕਿ ਕਾਮਯਾਬ ਹੋ ਗਏ ਨਾ, ਦੋਨਾਂ ਹੀ ਮਿਸ਼ਨਾਂ 'ਚ ਕਾਮਯਾਬ ਰਹੇ ਸੀ ਉਸ ਟਾਈਮ ਇਹ ਜੀ, ਕਿ ਇੱਕ ਤਾਂ ਇੱਧਰ ਜੋ ਅਕਾਲੀਆਂ ਦੀ ਸਰਕਾਰ ਡਿੱਗਣੀ ਸੀ ਉਹਦੇ ਵਿੱਚ ਵੀ ਇਹ ਕਾਮਯਾਬ ਹੋ ਰਹੇ ਸੀਗੇ ਤੇ ਹੋ ਵੀ ਗਏ, ਦੂਜੇ ਪਾਸੇ ਵੀ, ਤੇ ਦੂਸਰੇ ਪਾਸੇ ਵੀ ਡੇਕ ਦਿੱਤੀ ਇਹਨਾਂ ਨੇ, ਚੌਧਰੀ ਚਰਨ ਸਿੰਘ ਨੂੰ ਬਣਾ ਦਿੱਤਾ, 23 ਦਿਨ ਬਾਅਦ ਉਹ ਸਰਕਾਰ ਵੀ ਗਈ। ਤਾਂ ਸੰਜੇ ਗਾਂਧੀ ਤੇ ਜੋ ਨਾਲ ਕਮਲਨਾਥ ਸੀ, ਇਹ ਜਿਹੜਾ ਇੱਕ ਇੰਦਰਾ ਗਾਂਧੀ, ਇਹ ਜਿਹੜਾ ਇੱਕ ਗਰੁੱਪ ਬਣਿਆ ਸੀਗਾ, ਇਹਨਾਂ ਨੇ ਬਹੁਤ ਗਲਤ ਚਾਲਾਂ ਚੱਲੀਆਂ ਨੇ ਉਸ ਵੇਲੇ। ਇਹ ਹੁਣ ਜੋ ਮਰਜ਼ੀ ਕਾਂਗਰਸ ਤੇ ਜੋ ਮਰਜ਼ੀ ਕਹੀ ਜਾਣ, ਜੀ ਜੀ, ਇਹਨਾਂ ਦੇ ਬੰਦੇ ਜੋ ਮਰਜ਼ੀ ਆਖੀ ਜਾਣ ਜੀ, ਪਰ ਰੌਲਾ ਇਹ ਹੈ ਕਿ ਜੋ ਨਹਿਰੂ ਨੇ ਮਾੜਾ ਮੋਟਾ ਕੀਤਾ ਸੀਗਾ ਦੇਸ਼ ਲਈ, ਤੇ ਉਹ ਇਹਨਾਂ ਨੇ ਆ ਕੇ ਤੇ ਬਸ ਆਪਦੀ ਗੰਦੀ ਰਾਜਨੀਤੀ ਲਈ ਉਹਨੂੰ ਦੂਸਰੇ ਪਾਸੇ ਧੱਕ ਦਿੱਤਾ। ਯਾਨੀ ਇਹ ਜਿਹੜੇ ਦੋ ਇਹਨਾਂ ਦੇ ਮੰਤਵ ਸੀਗੇ, ਉਹਨਾਂ ਮੰਤਵਾਂ ਦੇ ਵਿੱਚੋਂ ਜਿਹੜਾ ਇੱਕ ਸੀਗਾ ਉਹਦੀ ਭੇਟ ਅਸੀਂ ਚੜ੍ਹ ਗਏ ਜੀ। ਬਿਲਕੁਲ, ਤਾਂ ਗੱਲ ਤਾਂ 75 ਤੋਂ ਵਿਗੜਨੀ ਸ਼ੁਰੂ ਹੋ ਗਈ ਸੀ। ਜੀ 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 ਜੀ, ਬਿਲਕੁਲ ਜੀ। 1 ਮਿੰਟ 'ਚ ਹੋਰ ਸਵਾਲ ਆ, ਫਿਰ ਮੈਂ ਉਸ ਤੋਂ ਬਾਅਦ ਆਪਾਂ ਅੱਗੇ ਨੂੰ ਚੱਲਦੇ ਹਾਂ ਜੀ। ਚਰਨਜੀਤ ਸਿੰਘ ਸ਼ੈਲੀ ਕਰੇ ਜੀ ਕਿਤਾਬ ਤਾਂ ਕਹਿੰਦੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਜੀ ਪੈਦਾ ਕੀਤਾ ਗਿਆ ਜੀ, ਕਹਿੰਦੇ ਨਹੀਂ ਇੱਕ ਕਿਤਾਬ ਨਹੀਂ, ਇਹ ਕਈ ਕਿਤਾਬਾਂ ਮਿਲ ਜਾਣਗੀਆਂ। ਕੁਝ ਲੋਕ ਦੇਖੋ ਡਿਨਾਈ ਕਰਦੇ ਇਸ ਚੀਜ਼ ਤੋਂ, ਇਹ ਇੱਕ ਆਰਗੂਮੈਂਟ ਦਾ ਵਿਸ਼ਾ ਹੈ, ਪਰ ਤੁਸੀਂ ਕੁਲਦੀਪ ਨਈਅਰ ਨੂੰ ਪੜ੍ਹ ਲਓ ਜੀ, ਚਾਹੇ ਤੁਸੀਂ ਮਾਰਕ ਟੱਲੀ ਇੰਦਰਾ ਗਾਂਧੀ ਦੀ ਅੰਤਲੀ ਲੜਾਈ, ਚਾਹੇ ਜਿਹੜੇ ਇਹ ਰਾਹ ਦੇ ਅਧਿਕਾਰੀ ਸਾਬਕਾ ਜਿਨ੍ਹਾਂ ਦੀ ਕਿਤਾਬ ਮੈਂ ਕੋਟ ਕੀਤੀ ਹੈ ਜੀ, ਇਹ ਪੜ੍ਹ ਲਓ। ਫਿਰ ਭਿੰਡਰਾਂਵਾਲੇ ਐਂਡ ਆਪਰੇਸ਼ਨ ਬਲੂ ਸਟਾਰ, ਇਹ ਪੜ੍ਹ ਲਓ। ਇਹ ਤਾਂ ਮਤਲਬ ਕਿ ਇਸ ਤਰ੍ਹਾਂ ਹੀ ਕਹਿੰਦੇ ਨੇ। ਇੱਥੋਂ ਤੱਕ ਈਵਨ ਦੈਟ ਕਿ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ ਹੈਗੀ ਆ ਨਾ ਕੁਲਦੀਪ ਨਈਅਰ ਦੀ ਕਿਤਾਬ ਬਿਯੋਂਡ ਦਾ ਲਾਈਨਸ ਜੀ, ਜਦੋਂ ਤੁਸੀਂ ਇਸ ਨੂੰ ਪੜ੍ਹੋਗੇ, ਐਡੀ ਕਿਤਾਬ ਹੈ ਇਹ, ਮੇਰੇ ਕੋਲ ਪਈ ਹੈ, ਪੰਜਾਬੀ 'ਚ ਵੀ ਹੈ। ਇਹ ਮਾਨ ਸਾਹਿਬ ਕਾਫੀ ਪੱਤਰਕਾਰਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ, ਕਿਉਂਕਿ ਕੁਲਦੀਪ ਨਈਅਰ ਦੀ ਇੱਕ ਬੜੀ ਵੱਡੀ ਆਰਜਾ ਸੀਗੀ, ਬੜੀ ਉਮਰ ਸੀਗੀ ਜੀ। ਤਾਂ ਆਜ਼ਾਦੀ ਤੋਂ ਲੈ ਕੇ ਵੰਡ ਤੋਂ ਲੈ ਕੇ ਉਹਨੇ ਸਾਰਾ ਕੁਝ ਦੇਖਿਆ।
ਤਾਂ ਕੁਲਦੀਪ ਨਈਅਰ ਸਿੱਖਾਂ ਦੇ ਵਿੱਚ ਕਾਫੀ ਪਹਿਲਾਂ ਪਪੂਲਰ ਸੀਗੇ ਜੀ, ਪੰਜਾਬੀ ਹੋਣ ਕਰਕੇ, ਤੇ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਵਿਰੋਧ ਇਸੇ ਗੱਲ ਤੋਂ ਹੀ ਹੋਇਆ ਸੀ। ਉਹਨਾਂ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦੇ ਕਿ ਜਿਹੜਾ ਕਮਲਨਾਥ ਆ ਉਸਨੇ ਮੈਨੂੰ ਇੱਕ ਵਾਰੀ ਆਪ ਦੱਸਿਆ ਸੀਗਾ ਕਿ ਇਹ ਸਾਰਾ ਕੁਝ ਅਸੀਂ ਕੀਤਾ ਹੈ, ਇੱਥੋਂ ਤੱਕ ਕਿ ਫੰਡਿੰਗ ਵੀ ਅਸੀਂ ਕੀਤੀ ਹੈ। ਦੇਖੋ ਇਹ ਕਿਤਾਬਾਂ 'ਚ ਦਰਜ ਹੈ, ਪਰ ਮੈਂ ਜਿਵੇਂ ਕਿਹਾ ਕਿ ਇੱਕ ਆਰਗੂਮੈਂਟ ਇਹਦੇ ਉਲਟ ਵੀ ਹੈ ਕਿ ਅਜਿਹਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੋ ਸ਼ਖਸੀਅਤ ਹੈ, ਜੋ ਮਤਲਬ ਕਿ ਉਹਨਾਂ ਦਾ ਇੱਕ ਬਹੁਤ ਵੱਡਾ ਰੁਤਬਾ ਬਣ ਗਿਆ ਜੀ, ਉਹ ਉਸ ਨੂੰ ਡਿਫੇਮ ਕਰਨ ਵਾਸਤੇ ਆ। ਇਹ ਦੋਏ ਚੀਜ਼ਾਂ ਮਿਲਣਗੀਆਂ ਤੁਹਾਨੂੰ, ਜੀ, ਦੋਏ ਚੀਜ਼ਾਂ ਮਿਲਣਗੀਆਂ। ਜੀ, 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 ਬਿਲਕੁਲ ਬਿਲਕੁਲ ਜੀ। ਤੇ